मेरा नाम प्रकाश कौर जी। प्रकाश को मैम जी तुसी इत्थे ਜਿਹੜੀ सेवा निभा रहे हैं कि कोई सैलरी बेस है या मतलब फ्री? नहीं सर, मैं अपने घरों ठीक हाँ। मैं निष्काम सेवा निभा रही हूँ। मैनू निष्काम सेवा करके बहुत तसल्ली है ਤੇ ਇੱਥੇ ਲੋਕਾਂ ਦੀ ਸੇਵਾ ਕਰਕੇ ਮੇਰਾ ਬਹੁਤ ਮਨ ਖੁਸ਼ ਹੁੰਦਾ ਹੈ। किन्ने टाइम तो कर रहे सेवा? 1 साल ਤੋਂ ਮੈਂ ਜੁੜੀ ਹੋਈ ਹਾਂ। ਕੀਤੀ ਜਾਵੇ ਕਿ ਕੱਪੜਿਆਂ ਦੀ ਤੁਹਾਨੂੰ ਦੱਸਿਆ ਕਿ 11 ਰੁਪਈਆਂ ਦੇ ਵਿੱਚ ਕੱਪੜਾ ਦਿੱਤਾ ਜਾਂਦਾ। ਦੁਪਹਿਰ ਦੀ ਗੱਲ ਕੀਤੀ ਜਾਵੇ 1 ਵਜੇ ਤੋਂ ਲੈ ਕੇ ਰੋਜ਼ 3 ਵਜੇ ਤੱਕ ਇੱਥੇ ਖਾਣਾ ਤਿਆਰ ਹੁੰਦਾ ਹੈ, ਜਿਹਨੂੰ ਆਪਾਂ ਲੰਗਰ ਨਹੀਂ ਕਹਿ ਸਕਦੇ ਕਿਉਂਕਿ ਲੰਗਰ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ। ਔਰ ਇੱਥੇ 11 ਰੁਪਈਆਂ ਦੇ ਵਿੱਚ ਉਹ ਥਾਲੀ ਦਿੱਤੀ ਜਾਂਦੀ ਹੈ। ਆਪਾਂ ਉਹਨੂੰ ਖਾਣਾ ਬੋਲਦੇ ਹਾਂ ਕਿ 11 ਰੁਪਏ ਦੀ ਥਾਲੀ। ਜਦੋਂ ਅਸੀਂ ਸਾਰੇ ਜਣੇ ਮਿਲ ਕੇ ਦਸਵੰਧ ਇਕੱਠਾ ਕਰਦੇ ਸੀਗੇ ਔਰ ਉਸ ਟਾਈਮ ਦੇ ਉੱਤੇ ਅਸੀਂ ਆਪਣੇ ਕੋਲੋਂ ਤੁਸੀਂ ਬੱਚਾ ਪੜ੍ਹਨਾ ਚਾਹੁੰਦਾ ਉਹਨੂੰ ਐਜੂਕੇਸ਼ਨ ਦੀ ਲੋੜ ਆ, ਪੜ੍ਹਾਈ ਦੀ ਲੋੜ ਆ, ਬੁੱਕਸ ਦੀ ਲੋੜ ਆ, ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਾਂ ਕਿਸੇ ਨੂੰ ਦਵਾਈਆਂ ਦੀ ਲੋੜ ਹੁੰਦੀ ਸੀਗੀ ਤਾਂ ਉਹ ਸਾਰੇ ਮਿਲ ਕੇ ਅਸੀਂ ਉਹਨਾਂ ਦੀ ਹੈਲਪ ਕਰਦੇ ਸੀ। ਸਾਡੀ NGO ਵੱਲੋਂ ਜੋ ਸੜਕਾਂ ਦੇ ਉੱਤੇ ਹੈਲਪਲੈਸ ਹੋਮਲੈਸ ਮੰਦਬੁੱਧੀ ਲੋਕ ਜਿਹੜੇ ਕਿ ਆਪਣੀ ਨਰਕ ਭਰੀ ਜ਼ਿੰਦਗੀ ਉਹਨਾਂ ਸੜਕਾਂ ਦੇ ਉੱਤੇ ਬਤੀਤ ਕਰ ਰਹੇ ਨੇ, ਉਹਨਾਂ ਨੂੰ ਚੱਕ ਕੇ ਉਹਨਾਂ ਦੀ ਸੇਵਾ ਨਿਭਾਈ ਜਾਂਦੀ ਹੈ। ਔਰ ਇਹ ਸਾਰਾ ਜੋ ਵੀ ਸੰਗਤ ਰੂਪੀ ਸੇਵਾ ਚੱਲ ਰਹੀ ਹੈ ਔਰ ਇਹ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਨਿਭਾਈ ਜਾ ਰਹੀ ਹੈ। ਕਰੋਨਾ ਦੀ ਭੇਟ ਚੜ੍ਹ ਗਏ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ ਵਿਛੜ ਗਏ, ਚਲੇ ਗਏ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਜਦੋਂ ਅਸੀਂ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰਾਂ ਦੀ ਸੇਵਾ ਨਿਭਾਉਂਦੇ ਸੀਗੇ ਉੱਥੇ ਦੇਖਿਆ ਕਿ ਉਹ ਪਰਿਵਾਰ ਵਾਲੇ ਉਹਨਾਂ ਦੇ ਜਿਹੜੇ ਪੁਰਾਣੇ ਕੱਪੜੇ ਆ ਤੇ ਉਹ ਉੱਥੇ ਸੁੱਟ ਦਿੰਦੇ ਸੀਗੇ। ਸੰਗਤ ਰੂਪੀ ਨੇ ਲੋਕਾਂ ਨੇ ਆਪਣੇ ਕੱਪੜਿਆਂ ਦੀ ਸੇਵਾ ਲੈਣੀ ਸ਼ੁਰੂ ਕੀਤੀ ਤਾਂ ਉਹਨਾਂ ਵਿੱਚ ਬੱਚਿਆਂ ਦੇ ਕੱਪੜੇ, ਜੈਂਟਸ ਕੱਪੜੇ, ਲੇਡੀਜ਼ ਕੱਪੜੇ, ਗੱਲ ਕੀਤੀ ਜਾਵੇ ਉਹਦੇ ਨਾਲ ਕੋਈ ਕੀਮਤੀ ਸਮਾਨ, ਕੋਈ TV, ਫ੍ਰਿਜ, ਵਾਸ਼ਿੰਗ ਮਸ਼ੀਨ, ਕੂਲਰ, ਕੁਝ ਵੀ ਸਾਡੇ ਕੋਲ ਆਉਂਦਾ ਉਹ ਵੀ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਮੁਹੱਈਆ ਕਰਾਇਆ ਜਾਂਦਾ। लाइव देख रहे तमाम दर्शकों का बहुत बहुत स्वागत है जी। मैं ਤੁਹਾਡਾ ਆਪਣਾ ਵਾਲੀ दोस्तों जिवें कि ਤੁਹਾਨੂੰ पता है कि ਅਸੀਂ ਤੁਹਾਨੂੰ हर एक अपडेट ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ। ਲੋਕਾਂ ਦੀ ਆਵਾਜ਼ ਜਿਹੜੀ ਲੋਕਾਂ ਤੱਕ ਲੈ ਕੇ ਆਉਣਾ ਸਾਡਾ ਕੰਮ ਹੈਗਾ। ਸੋ ਦੋਸਤੋ ਕਿ ਅੱਜ ਅਸੀਂ ਆਏ ਹੈਗੇ ਆ ਜਲੰਧਰ ਦੇ ਵਿੱਚ ਖਰੀ ਉਮੀਦ ਵੈਲਫੇਅਰ ਸੁਸਾਇਟੀ। ਅੱਜ ਅਸੀਂ ਇੱਥੇ ਆਏ ਹੈਗੇ ਆ ਜਿਵੇਂ ਕਿ ਲਿਖਿਆ ਹੈਗਾ ਕਿ 11 ਵਾਲਾ ਸ਼ੋਰੂਮ। 11 ਵਾਲਾ ਸ਼ੋਰੂਮ ਕਿਉਂ ਲਿਖਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੋੜਵੰਦਾਂ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੁੰਦੀ ਹੈ हर एक जी आइटम तू 11 रुपए के जी इत्थे अवेलेबल है। सो दोस्त तुहानूं दस दईए कि जिहड़ा ये कारज है 2016 तो ब्रदर जतिंदर जिहड़े ने निभाते आए ने ते इत्थे हर एक लोड़वंद जिवें कि दवाई का हो गया जां खाने का हो गया, 1 वजे जिहड़ा खाने का लंगर भी लगता है वह भी जिहड़ा हर एक चीज़ जिहड़ी 11 रुपए के इत्थे अवेलेबल है। सो साडे नाल ने ब्रदर जी, उन्होंने भी गलबात करांगे, तुहानूं मुलाकात कराउंदे आ, उन्होंने भी गलबात करके जानते हैं कि असल में होर इत्थे की आइटमां ते अते इस जी कारगुजारी को किस तरीके कर रहे हैं। आओ असीं गलबात कर जतिंदर जी नाल। जतिंदर सिंह जी पहले उन्होंने गलबात स्वागत करते अपने चैनल में। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਕਿ ਅੱਜ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਸਾਡੀ ਇਸ ਆਵਾਜ਼ ਨੂੰ, ਸਾਡੇ ਇਸ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਮੈਂ ਤਹਿ ਦਿਲੋਂ ਤੁਹਾਡਾ ਜੀ ਆਇਆਂ ਨੂੰ ਕਰਦਾ ਔਰ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਜੀ। ਜਤਿੰਦਰ ਜੀ ਜਿਹੜੀ अपनी आखिरी उम्मीद जी वैलफेयर सुसाइटी है इस चीज़ को किस तरीके माइंड च आया कि आप लोगों की सेवा करने का एक अच्छा जो नज़रिया तुम देखा किस तरीके अपने माइंड चीज़? आखिरी उम्मीद वैलफेयर सुसाइटी जो कि 2016 तो ही 11 मैंबरी कमेटी के नाल चल रही है। इसका गठन 2016 के 11 मैंबरी कमेटी के नाल किया गया। 2016 के जो असी सारे जने मिल के दसवंध इकट्ठा करते थे और उस टाइम के उत्ते असी अपने कोलों कोई बच्चा पढ़ना चाहता उन्होंने एजुकेशन की लोड़ आ, पढ़ाई की लोड़ आ, बुक्स की लोड़ आ, किसी को राशन की लोड़ है जां किसी को दवाइयां की लोड़ होंदी सीगी तां वो सारे मिल के असी उन्हां दी हेल्प कर रहे थे। और 2020 दे विच जदों कोविड आया, करोना आया
ਉਸ ਕਰੋਨਾ ਕਾਲ ਦੇ ਚਲਦਿਆਂ ਉਸ ਮਹਾਰਾਜ ਨੇ ਸੇਵਾ ਲਈ ਸੰਸਕਾਰਾਂ ਦੀ। ਗੱਲ ਕੀਤੀ ਜਾਵੇ ਕਿ ਕਰੋਨਾ ਕਾਲ ਦੇ ਵਿੱਚ ਹਰ ਕੋਈ ਪੈਨਿਕ ਸੀਗਾ, ਹਰ ਕੋਈ ਡਰ ਰਿਹਾ ਸੀਗਾ। ਮਾਹੌਲ ਅਸੀਂ ਦੇਖਿਆ ਸੋਸ਼ਲ ਮੀਡੀਆ 'ਤੇ, ਅਸੀਂ ਸਾਰਾ ਦੇਖ ਰਹੇ ਸੀਗੇ। ਔਰ ਸੰਸਕਾਰ ਦੀ ਸੇਵਾ ਵਾਸਤੇ ਕੋਈ ਵੀ ਅੱਗੇ ਨਹੀਂ ਸੀ ਆ ਰਿਹਾ। ਇੱਥੇ ਤੱਕ ਕਿ ਗਲੀ ਮੁਹੱਲੇ ਵਾਲੇ ਜਾਂ ਕਿਸੇ ਗਲੀ ਦੇ ਵਿੱਚ ਅਗਰ ਕੋਈ ਕੋਵਿਡ ਪੇਸ਼ੈਂਟ ਆ ਜਾਂਦਾ ਸੀਗਾ ਤੇ ਉਹਦੇ ਨਾਲ ਕਿੱਦਾਂ ਦਾ ਵਿਹਾਰ ਕੀਤਾ ਜਾਂਦਾ ਸੀਗਾ, ਉਹ ਦੇਖ ਕੇ ਸਾਰਿਆਂ ਦੀ ਇੱਕ ਮੀਟਿੰਗ ਬੁਲਾ ਕੇ ਅਸੀਂ ਸੇਵਾ ਸ਼ੁਰੂ ਕੀਤੀ ਸੰਸਕਾਰਾਂ ਦੀ, ਜਿੱਥੇ ਕਿ ਉਸ ਪਰਮਾਤਮਾ ਨੇ ਇਸ ਆਖਰੀ ਉਮੀਦ NGO ਦੇ ਸਮੁੱਚੀ ਟੀਮ ਕੋਲੋਂ 897 ਸੰਸਕਾਰਾਂ ਦੀ ਸੇਵਾ ਲਈ। 897 ਸੰਸਕਾਰ ਇਸ ਸੰਸਥਾ ਵੱਲੋਂ ਆਪਣੇ ਹੱਥੀਂ ਕੀਤੇ ਗਏ, ਜਿੱਥੇ ਕਿ ਕੋਈ ਰਿਲੇਟਿਵ, ਰਿਸ਼ਤੇਦਾਰ, ਯਾਰ ਦੋਸਤ, ਭਾਈ ਭੈਣ ਕੋਈ ਲਾਗੇ ਨਹੀਂ ਸੀ ਲੱਗਦਾ। ਔਰ ਮੈਂ ਸੋਚਦਾ ਕਿ ਬੜੀ ਕਿਰਪਾ ਉਸ ਪਰਮਾਤਮਾ ਦੀ, ਕਿਉਂਕਿ ਉਹਨਾਂ ਦੀ ਕਿਰਪਾ ਤੋਂ ਬਿਨਾਂ ਅਸੀਂ ਵੀ ਸੇਵਾ ਨਹੀਂ ਸੀ ਕਰ ਸਕਦੇ, ਅਸੀਂ ਵੀ ਇਨਫੈਕਟ ਹੋ ਸਕਦੇ ਸੀਗੇ। ਲੇਕਿਨ ਉਹਨਾਂ ਨੇ ਆਪ ਸਹਾਈ ਹੋ ਕੇ ਸਾਰੀ ਸੰਗਤ, ਸਾਰੀ ਸਮੁੱਚੀ ਟੀਮ ਕੋਲੋਂ ਸੇਵਾ ਲਈ ਔਰ ਹਰ ਕੋਈ ਇਹਦੇ 'ਚ ਸੇਵਾ ਦੇ ਵਿੱਚ ਤੰਦਰੁਸਤ ਰਿਹਾ। ਜਿਨ੍ਹਾਂ ਨੇ ਇਹ ਸੇਵਾ ਨਿਭਾਈ ਉਹ ਆਪ ਤਾਂ ਬੜੀ ਦੂਰ ਦੀ ਗੱਲ ਆ, ਉਹਨਾਂ ਦੇ ਘਰਾਂ ਤੱਕ ਵੀ ਕਰੋਨਾ ਨਹੀਂ ਪਹੁੰਚਿਆ। ਇਹ ਜਤਿੰਦਰ ਜੀ, ਇੱਕ ਲਿਖਿਆ ਹੈਗਾ ਕਿ 11 ਰੁਪਏ ਦੀ ਵਿੱਚ ਜਿਹੜੇ ਆਈਟਮ ਦਿੰਦੇ ਆ, ਮਤਲਬ ਕਿ ਉਹ ਕਿਸ ਤਰੀਕੇ ਨਾਲ ਜਿਹੜਾ ਹੈਗਾ ਕਿ ਜਿਹੜਾ ਤੁਸੀਂ 11 ਰੁਪਏ 'ਚ ਜਿਹੜੀ ਆਈਟਮ? ਦੇਖੋ, ਕੋਵਿਡ ਟਾਈਮ ਦੇ ਉੱਤੇ ਬੜੇ ਸਾਰੇ ਪਰਿਵਾਰ ਜਿਹੜੇ ਕਰੋਨਾ ਦੀ ਭੇਟ ਚੜ੍ਹ ਗਏ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ ਵਿਛੜ ਗਏ, ਚਲੇ ਗਏ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਜਦੋਂ ਅਸੀਂ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਇਹ ਸੰਸਕਾਰਾਂ ਦੀ ਸੇਵਾ ਨਿਭਾਉਂਦੇ ਸੀਗੇ, ਉੱਥੇ ਦੇਖਿਆ ਕਿ ਉਹ ਪਰਿਵਾਰ ਵਾਲੇ ਉਹਨਾਂ ਦੇ ਜਿਹੜੇ ਪੁਰਾਣੇ ਕੱਪੜੇ ਆ ਤੇ ਉਹ ਉੱਥੇ ਸੁੱਟ ਦਿੰਦੇ ਸੀਗੇ, ਡਿਸਟਰੋਏ ਕਰ ਦਿੰਦੇ ਸੀਗੇ। ਉਹਨਾਂ ਕੋਲੋਂ ਉਹ ਕੱਪੜਿਆਂ ਦੀ ਸੇਵਾ ਲੈਣੀ ਸ਼ੁਰੂ ਕੀਤੀ, ਜਾਂ ਉਹ ਕੱਪੜੇ ਉੱਥੇ ਸੁੱਟ ਦਿੰਦੇ ਸੀ ਜਾਂ ਉਹ ਜਲਾ ਦਿੰਦੇ ਸੀਗੇ। ਔਰ ਉਹ ਕੱਪੜੇ ਜਿਹੜੇ ਕਿ ਉਹਨਾਂ ਦੇ ਯੂਜ਼ ਹੀ ਨਹੀਂ ਹੋਏ, ਅਲਮਾਰੀ ਦੇ ਵਿੱਚ ਪਏ, ਘਰ ਦੇ ਵਿੱਚ ਪਏ, ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਸਾਨੂੰ ਕੱਪੜੇ ਦੇਣੇ ਸ਼ੁਰੂ ਕੀਤੇ। ਉਹਨਾਂ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਹਰ ਕੋਈ ਅੱਜ ਦੀ ਡੇਟ 'ਚ ਗੱਲ ਕੀਤੀ ਜਾਵੇ, ਹਰ ਕਿਸੇ ਦੀ ਅਲਮਾਰੀ ਦੇ ਵਿੱਚ ਇਸ ਤਰ੍ਹਾਂ ਦੇ ਕੱਪੜੇ ਪਏ ਆ ਜਿਹੜੇ ਕਿ ਉਹਨਾਂ ਦੇ ਯੂਜ਼ ਦੇ ਵਿੱਚ ਨਹੀਂ ਹੈ। ਜਦੋਂ ਸੰਗਤ ਰੂਪੀ ਨੇ ਲੋਕਾਂ ਨੇ ਆਪਣੇ ਕੱਪੜੇ ਇੱਥੇ ਸਾਨੂੰ ਦੇਣੇ ਸ਼ੁਰੂ ਕੀਤੇ, ਤਾਂ ਉਹਨਾਂ ਵਿੱਚ ਬੱਚਿਆਂ ਦੇ ਕੱਪੜੇ, ਜੈਂਟਸ ਕੱਪੜੇ, ਲੇਡੀਜ਼ ਕੱਪੜੇ, ਗੱਲ ਕੀਤੀ ਜਾਵੇ ਉਹਦੇ ਨਾਲ ਨਾਲ ਕੋਈ ਕੀਮਤੀ ਸਮਾਨ, ਕੋਈ TV, ਫ੍ਰਿਜ, ਵਾਸ਼ਿੰਗ ਮਸ਼ੀਨ, ਕੂਲਰ, ਕੁਝ ਵੀ ਸਾਡੇ ਕੋਲ ਆਉਂਦਾ ਉਹ ਵੀ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਮੁਹੱਈਆ ਕਰਾਇਆ ਜਾਂਦਾ। ਮਤਲਬ ਜਿਹੜੇ ਇੱਥੇ ਤੁਹਾਨੂੰ ਕੋਈ ਮਤਲਬ ਲੋੜਵੰਦ ਤੁਹਾਡੇ ਕੋਲ ਆਉਂਦਾ ਹੈਗਾ, ਤੁਸੀਂ ਉਹਨੂੰ 11 ਰੁਪਏ ਵਿੱਚ ਹਰ ਇੱਕ ਆਈਟਮ ਜਿਹੜੀ ਤੁਸੀਂ ਉਹਨੂੰ ਪ੍ਰੋਵਾਈਡ ਕਰਦੇ, ਮਤਲਬ ਘਰ ਦਾ ਕੋਈ ਵੀ ਸਮਾਨ। ਬਿਲਕੁਲ। ਤੇ ਜਿਹੜਾ ਉਸ ਤੋਂ ਇਲਾਵਾ ਜੇ ਮੰਨ ਲਓ ਕਿਸੇ ਨੂੰ ਕੋਈ ਲੋੜਵੰਦ, ਕਿਸੇ ਰਾਸ਼ਨ ਦੀ ਲੋੜ ਹੋਵੇ, ਫਿਰ ਉਹਦੇ ਵਾਸਤੇ ਤੁਹਾਨੂੰ? ਰਾਸ਼ਨ ਵਾਸਤੇ ਸਾਡੇ ਕੋਲ ਇੱਥੇ ਰਾਸ਼ਨ ਅਸੀਂ ਸਟਾਰਟ ਕੀਤਾ ਹੈ, ਜਿਹੜਾ ਕਿ ਨੋ ਪ੍ਰੋਫਿਟ ਨੋ ਲੋਸ ਦੇ ਉੱਤੇ ਹੈ। ਔਰ ਉਹਦੇ ਵਿੱਚ ਜਿਹੜੇ ਮਾਇਕ ਤੌਰ ਦੇ ਉੱਤੇ ਪਰਿਵਾਰ ਸਮਰੱਥ ਨਹੀਂ ਹਨ, ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਕੰਮ ਕਰਨ ਵਾਲਾ ਜਾਂ ਨਹੀਂ ਹੈ, ਕਮਾਈ ਦਾ ਕੋਈ ਸਾਧਨ ਨਹੀਂ ਹੈ, ਜਾਂ ਜਿਹੜੀਆਂ ਲੇਡੀਜ਼ ਜਿਹੜੀਆਂ ਕਿ ਡਿਵੋਰਸ ਹੋ ਚੁੱਕਾ ਹੈ, ਜਾਂ ਮਤਲਬ ਉਹ ਇਕੱਲੀਆਂ ਰਹਿ ਰਹੀਆਂ, ਜਾਂ ਘਰ ਵਾਲੇ ਦੀ ਡੈਥ ਹੋ ਚੁੱਕੀ ਹੈ, ਅਸੀਂ ਉਹਨਾਂ ਦੇ ਵਾਸਤੇ ਇੱਕ 1111 ਰੁਪਏ ਦੀ ਰਾਸ਼ਨ ਦੀ ਸਕੀਮ ਸ਼ੁਰੂ ਕੀਤੀ ਹੈ ਕਿ 1111 ਰੁਪਏ ਇੱਕ ਵਾਰ ਦੇਣ ਦੇ ਉੱਤੇ ਹਰ ਮਹੀਨੇ 500 ਰੁਪਏ ਦਾ ਰਾਸ਼ਨ 1 ਸਾਲ ਤੱਕ ਫ੍ਰੀ ਦਿੱਤਾ ਜਾਏਗਾ। ਅੱਛਾ ਜੀ। ਹਾਂਜੀ। ਬ੍ਰਦਰ ਜੀ, ਰਾਸ਼ਨ ਤੋਂ ਲੈ ਕੇ ਕੱਪੜਿਆਂ ਤੱਕ, ਇਸ ਤੋਂ ਇਲਾਵਾ ਹੋਰ ਕੁਝ ਵੀ ਹੈਗਾ? ਬਿਲਕੁਲ ਜੀ। 11 ਰੁਪਈਆਂ ਦੇ ਵਿੱਚ ਰੋਟੀ, ਕੱਪੜਾ ਤੇ ਦਵਾਈ ਔਰ ਐਂਬੂਲੈਂਸ। ਗੱਲ ਕੀਤੀ ਜਾਵੇ ਕਿ ਕੱਪੜਿਆਂ ਦੀ, ਤੁਹਾਨੂੰ ਦੱਸਿਆ ਕਿ 11 ਰੁਪਈਆਂ ਦੇ ਵਿੱਚ ਕੱਪੜਾ ਦਿੱਤਾ ਜਾਂਦਾ। ਦੁਪਹਿਰ ਦੀ ਗੱਲ ਕੀਤੀ ਜਾਵੇ 1 ਵਜੇ ਤੋਂ ਲੈ ਕੇ ਰੋਜ਼ 3 ਵਜੇ ਤੱਕ ਇੱਥੇ ਖਾਣਾ ਤਿਆਰ ਹੁੰਦਾ ਹੈ, ਜਿਹਨੂੰ ਆਪਾਂ ਲੰਗਰ ਨਹੀਂ ਕਹਿ ਸਕਦੇ ਕਿਉਂਕਿ ਲੰਗਰ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ। ਔਰ ਇੱਥੇ 11 ਰੁਪਈਆਂ ਦੇ ਵਿੱਚ ਉਹ ਥਾਲੀ ਦਿੱਤੀ ਜਾਂਦੀ ਹੈ, ਆਪਾਂ ਉਹਨੂੰ ਖਾਣਾ ਬੋਲਦੇ ਹਾਂ ਕਿ 11 ਰੁਪਏ ਦੀ ਥਾਲੀ। 11 ਰੁਪਈਆਂ ਦੇ ਵਿੱਚ 1 ਵਜੇ ਤੋਂ ਲੈ ਕੇ 3 ਵਜੇ ਤੱਕ ਲੋੜਵੰਦਾਂ ਨੂੰ ਇੱਥੇ ਖਾਣਾ ਦਿੱਤਾ ਜਾਂਦਾ ਜੀ। ਉਹਦੇ ਨਾਲ ਨਾਲ ਸੈਟਰਡੇ ਸੰਡੇ ਸਾਡੇ ਕੋਲ ਡਾਕਟਰ ਸਾਹਿਬ ਬੈਠਦੇ ਨੇ, ਜਿਹਦੇ ਵਿੱਚ ਕਿ ਡਾਕਟਰ ਸਾਹਿਬ ਦੇ ਚੈੱਕ ਕਰਨ ਤੋਂ ਬਾਅਦ ਜੋ ਲੋੜ ਆ ਪੇਸ਼ੈਂਟ ਨੂੰ, ਉਹਨਾਂ ਨੂੰ ਦਵਾਈ 11 ਰੁਪਏ 'ਚ ਪ੍ਰੋਵਾਈਡ ਕੀਤੀ ਜਾਂਦੀ ਹੈ। ਔਰ ਸੰਗਤ ਦੀ ਸਹਿਯੋਗ ਸਦਕਾ ਬਾਹਰ ਇੱਕ ਐਂਬੂਲੈਂਸ ਖੜੀ ਹੈ। ਉਸ ਐਂਬੂਲੈਂਸ ਦੀ ਗੱਲ ਕੀਤੀ ਜਾਵੇ, ਇਹ ਕਰੋਨਾ ਕਾਲ ਤੋਂ ਚੱਲ ਰਹੀ ਹੈ। ਔਰ ਇਸ ਐਂਬੂਲੈਂਸ ਦਾ ਲਾਂਚਿੰਗ ਜਿਹੜੀ ਹੈ ਉਹ ਸਾਡੇ ਜਲੰਧਰ ਸ਼ਹਿਰ ਦੇ ਮਾਨਯੋਗ DC ਸਾਹਿਬ ਘਨਸ਼ਾਮ ਥੋੜੀ ਜੀ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੇ ਘਰ ਕਮਲਾਂ ਦੇ ਇੱਥੋਂ ਹੋਈ ਸੀਗੀ। ਔਰ ਅੱਜ ਤੱਕ ਉਹ ਐਂਬੂਲੈਂਸ ਸੇਵਾ ਨਿਰੰਤਰ ਚੱਲ ਰਹੀ ਹੈ। ਔਰ ਮੈਂ ਦੱਸਣਾ ਚਾਹੁੰਦਾ ਕਿ 11 ਰੁਪਏ ਭੇਟਾ ਦੇ ਵਿੱਚ, ਚਾਹੇ ਉਹ ਸੇਮ ਸਿਟੀ ਹੈ, ਚਾਹੇ ਅਦਰ ਸਿਟੀ ਹੈ, ਚਾਹੇ ਉਹ ਅਦਰ ਸਟੇਟ ਹੈ, ਕਿਤੇ ਵੀ ਪੇਸ਼ੈਂਟ ਨੂੰ ਚੱਕਣਾ ਹੈ, ਛੱਡਣਾ ਹੈ, ਜਾਂ ਡੈੱਡ ਬੋਡੀਜ਼ ਹੈ, ਉਹਦੀ ਭੇਟਾ ਸਿਰਫ 11 ਰੁਪਏ ਹੈ ਲੋੜਵੰਦ ਪਰਿਵਾਰਾਂ ਵਾਸਤੇ। ਉਹ ਲਗਾਤਾਰ ਪਿਛਲੇ 2 ਸਾਲ ਤੋਂ ਨਿਭਾਈ ਜਾ ਰਹੀ ਹੈ ਜੀ। ਮਤਲਬ ਹਰ ਇੱਕ ਚੀਜ਼ ਜਿਹੜੀ, ਮਤਲਬ ਕਿਸੇ ਦੇ ਲਈ ਵੀ ਹੈਗਾ ਜਾਂ ਇਕੱਲੇ ਲੋੜਵੰਦ ਜੀ? ਬਿਲਕੁਲ, ਕੋਈ ਵੀ ਸਾਨੂੰ ਕਾਲ ਕਰ ਸਕਦਾ ਜੀ। ਕਿਸੇ ਵੇਲੇ ਸਾਨੂੰ ਇਸ ਤਰ੍ਹਾਂ ਦੀਆਂ ਕਾਲਸ ਵੀ ਆਉਂਦੀਆਂ ਆ ਕਿ ਵੀਰ ਜੀ ਸਾਡੇ ਕੋਲੋਂ ਹਸਪੀਟਲ ਦੇ ਵਿੱਚ ਅਸੀਂ ਐਂਬੂਲੈਂਸ ਦਾ ਪਤਾ ਕੀਤਾ, ਐਂਬੂਲੈਂਸ ਵਾਲੇ 5000 ਰੁਪਈਆ ਮੰਗ ਰਹੇ ਆ ਜੀ। ਔਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਮਰੱਥ ਹੋ ਤਾਂ ਤੁਸੀਂ ਆਉਣ ਜਾਣ ਦਾ ਤੇਲ ਪਵਾ ਦਿਓ, ਹੋਰ ਕੋਈ ਸੇਵਾ ਤੁਸੀਂ ਨਹੀਂ ਦੇਣੀ।
ਤੇ ਉਹ ਤੇਲ ਦੇ ਵਿੱਚ ਹੀ ਉਹ 1500 ਰੁਪਈਏ ਦੇ ਵਿੱਚ ਅਸੀਂ ਚਾਹੁੰਦੇ ਕਿ ਸੰਗਤ ਦੀ ਸੇਵਾ ਕੀਤੀ ਜਾਵੇ। ਜੋ ਕੋਵਿਡ ਟਾਈਮ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ 'ਤੇ ਅਸੀਂ ਦੇਖ ਰਹੇ ਸੀਗੇ ਕਿ ਬਹੁਤ ਸਾਰੀ ਐਂਬੂਲੈਂਸ ਦੇ ਠੱਗੀ ਹੋਈ ਜੀ 70,000 80,000 90,000 ਮਤਲਬ ਆਪਣੀ ਬਹੁਤ ਜ਼ਿਆਦਾ ਰੇਟ ਵਸੂਲੀ ਕੀਤੀ ਗਈ ਔਰ ਉਹਨੂੰ ਦੇਖਦੇ ਹੋਏ ਇਹ ਐਂਬੂਲੈਂਸ ਲਾਂਚ ਕੀਤੀ ਗਈ। ਜਤਿੰਦਰ ਜੀ ਆਪਣਾ ਇੱਕ ਨੰਬਰ ਮੋਬਾਈਲ ਨੰਬਰ ਦੇ ਦਿਓ, ਜੇ ਜੋ ਲੋਕ ਤੁਹਾਨੂੰ ਮਿਲਣਾ ਚਾਹੁੰਦੇ ਜਾਂ ਜੀ, ਗੱਲਬਾਤ ਜੀ। ਕਰਨਾ ਚਾਹੁੰਦੇ ਤਾਂ ਕਰ ਸਕਦੇ। ਅਸੀਂ ਦੇਖੋ ਜੀ ਜਲੰਧਰ ਸ਼ਹਿਰ ਦੇ ਵਿੱਚ ਅੱਜ ਇਸ ਆਖਰੀ ਉਮੀਦ NGO ਦਾ ਮੁੱਖ ਦਫ਼ਤਰ ਜੋ ਹੈ ਉਹ ਬਸਤੀ ਸ਼ੇਖ ਰੋਡ ਬਵਰੀਕ ਚੌਂਕ ਜੀ ਔਰ ਨੀਅਰ ਬੈਂਕ ਆਫ ਬੜੌਦਾ ਬਿਲਡਿੰਗ ਹੈ, ਇਹਦੇ ਅਪਸਟੇਅਰ ਦੇ ਉੱਤੇ ਹੈ ਜੀ। ਔਰ ਸਾਡੇ ਜੋ ਕੰਟੈਕਟ ਨੰਬਰ ਨੇ 9115560161। ਮੈਂ ਭਾਜੀ ਨੂੰ ਕਹਾਂਗਾ ਕਿ 1 ਮਿੰਟ ਇੱਥੇ ਵੀ ਦੇਖ ਲੈਣ, ਇੱਥੇ ਕੈਮਰਾ ਮਾਰ ਦੇਣ ਔਰ ਇੱਥੇ ਸਾਰੇ ਨੰਬਰ ਦਿੱਤੇ ਹੋਏ ਆ ਆਖਰੀ ਉਮੀਦ ਦੇ 9115560161 626364 ਇਹ 5 ਨੰਬਰ NGO ਦੇ ਚੱਲ ਰਹੇ ਆ। ਕਿਸੇ ਤਰੀਕੇ ਦੀ ਵੀ ਤੁਸੀਂ ਸੇਵਾ ਲੈਣੀ ਚਾਹੁੰਦੇ ਹੋ ਜਾਂ ਇਸ ਮੁਹਿੰਮ ਦੇ ਨਾਲ ਜੁੜ ਕੇ ਸੇਵਾ ਨਿਭਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਸ ਸੰਸਥਾ ਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ। ਔਰ 5 ਨੰਬਰ ਆਲਵੇਜ਼ 24 ਘੰਟੇ ਐਂਬੂਲੈਂਸ ਸੇਵਾ ਆ ਸਾਡੇ ਕੋਲ, ਤੁਸੀਂ ਉਹਦੇ ਵਾਸਤੇ ਸੇਵਾ ਲੈਣ ਵਾਸਤੇ ਫੋਨ ਕਰ ਸਕਦੇ ਹੋ। ਉਸ ਦੇ ਨਾਲ ਨਾਲ ਮੈਂ ਦੱਸਣਾ ਚਾਹਾਂਗਾ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਸਾਡੀ NGO ਵੱਲੋਂ ਜੋ ਸੜਕਾਂ ਦੇ ਉੱਤੇ ਹੈਲਪਲੈਸ ਹੋਮਲੈਸ ਮੰਦਬੁੱਧੀ ਲੋਕ ਜਿਹੜੇ ਕਿ ਆਪਣੀ ਨਰਕ ਭਰੀ ਜ਼ਿੰਦਗੀ ਉਹਨਾਂ ਸੜਕਾਂ ਦੇ ਉੱਤੇ ਬਤੀਤ ਕਰ ਰਹੇ ਨੇ, ਉਹਨਾਂ ਨੂੰ ਚੱਕ ਕੇ ਉਹਨਾਂ ਦੀ ਸੇਵਾ ਨਿਭਾਈ ਜਾਂਦੀ ਹੈ। ਔਰ ਇਹ ਸਾਰਾ ਜੋ ਵੀ ਸੰਗਤ ਰੂਪੀ ਸੇਵਾ ਚੱਲ ਰਹੀ ਹੈ ਔਰ ਇਹ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਨਿਭਾਈ ਜਾ ਰਹੀ ਹੈ। ਔਰ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਹੈ। ਔਰ ਮੈਂ ਸਾਰਿਆਂ ਨੂੰ ਦੁਬਾਰਾ ਤੋਂ ਅਪੀਲ ਕਰਦਾ ਕਿ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ ਔਰ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਆ। ਜੇਕਰ ਤੁਸੀਂ ਵੀ ਇਸ ਸੰਸਥਾ ਨਾਲ ਜੁੜਨਾ ਚਾਹੁੰਦੇ ਆ, ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਮੈਂ ਸ਼ੇਅਰ ਕਰ ਦਾਂਗਾ, ਤੁਸੀਂ ਉਸ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਲੈ ਕੇ ਗੱਲਬਾਤ ਕਰਕੇ ਤੁਸੀਂ ਇੱਥੇ ਆ ਸਕਦੇ ਆ। ਬਾਕੀ ਜੇਕਰ ਕਿਸੇ ਲੋੜਵੰਦ ਤੋਂ ਤੁਹਾਡੇ ਨਜ਼ਦੀਕ ਕੋਈ ਲੋੜਵੰਦ ਹੈ ਜਿਹਨੂੰ ਤੁਹਾਨੂੰ ਲੱਗ ਰਿਹਾ ਹੈ ਕਿ ਉਸ ਨੂੰ ਜ਼ਰੂਰਤ ਹੈ ਤਾਂ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਭਾਈ ਨਾਲ ਗੱਲਬਾਤ ਕਰ ਸਕਦੇ ਆ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਡੀ ਨਵੀਂ ਅਪਡੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਦੇਖ ਰਹੇ ਹੋ PVR ਲਾਈਵ ਨਿਊਜ਼। ਕੈਮਰਾਮੈਨ ਗੌਰਵ ਦੇ ਨਾਲ ਮੈਂ ਤੁਹਾਡਾ ਆਪਣਾ ਜਲੰਧਰ ਤੋਂ।